ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੇ। ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੇ। ਵਾਹਿਗੁਰੂ ਜੀ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਖਾਲਸਾ ਜੀ ਨੇ ਜੋ ਸਾਨੂੰ ਇਸ ਹਫ਼ਤੇ ਸ਼ਬਦ ਦਾ ਅਭਿਆਸ ਬਖਸ਼ਿਆ ਹੈ, ਗੁਰੂ ਪਿਤਾ ਜੀ ਕਿਰਪਾ ਕਰਨ, ਸੋਝੀ ਬਖਸ਼ਣ, ਆਪ ਹੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਅਤੇ ਸਾਨੂੰ ਵੀ ਜੀਵਨ ਦਾ ਸਹੀ ਮਾਰਗ ਬਖਸ਼ਣ ਅਤੇ ਬਾਹਰਲੇ ਦਿਖਾਵੇ ਦੇ ਕਰਮਾਂ ਧਰਮਾਂ ਤੋਂ ਬਚਾ ਕੇ ਰੱਖਣ ਅਤੇ ਸਾਡੀ ਸੁਰਤ ਨੂੰ ਵੀ ਇੱਕ ਅਕਾਲ ਪੁਰਖ ਨਾਲ ਜੋੜ ਦੇਣ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆ, ਲੱਖ ਪੁੰਨਾ ਪਰਵਾਣ। ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੈਬਾਨ। ਲੱਖ ਸੂਰਤਨ ਸੰਗਰਾਮ, ਰਨ ਮਹਿ ਛੁਟੇ ਪ੍ਰਾਣ। ਲੱਖ ਸੁਰਤੀ ਲਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਲੱਖ ਨੇਕੀਆਂ ਚੰਗਿਆਈਆ, ਲੱਖ ਪੁੰਨਾ ਪਰਵਾਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੀਵ ਭਾਵੇਂ ਲੱਖਾਂ ਹੀ ਨੇਕੀ ਦੇ ਚੰਗੇ ਕਰਮ ਕਰਨ, ਭਾਵੇਂ ਉਹ ਸੰਸਾਰ ਦੀਆਂ ਨਜ਼ਰਾਂ ਵਿੱਚ ਚੰਗੇ ਕੰਮ ਕਰਨ ਕਰਕੇ ਚੰਗੇ ਪ੍ਰਤੀਤ ਹੋਣ, ਪਰ ਜਿੰਨੀ ਦੇਰ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣਦੇ, ਉਨੀ ਦੇਰ ਉਹਨਾਂ ਦੇ ਕੀਤੇ ਕਰਮ ਦਿਖਾਵੇ ਦੇ ਕਰਮ ਕਾਂਡ ਹੀ ਰਹਿ ਜਾਂਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਭਾਵੇਂ ਲੱਖਾਂ ਹੀ ਚੰਗਿਆਈਆਂ ਦੇ ਕੰਮ ਕੀਤੇ ਜਾਣ, ਜਿੰਨੀ ਦੇਰ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਸ ਨਾਲ ਪ੍ਰੀਤ ਨਹੀਂ ਕਰਦੇ, ਇਹ ਕਰਮ ਕਾਂਡ ਹੀ ਬਣ ਜਾਂਦੇ ਹਨ। ਇਹ ਕਰਮ ਸਿਰਫ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ, ਕਿਉਂਕਿ ਜੀਵ ਸੋਚਦਾ ਹੈ ਇਹ ਸਾਰੇ ਚੰਗੇ ਕੰਮ ਮੈਂ ਕਰ ਰਿਹਾ ਹਾਂ, ਪਰ ਇਹ ਸਾਰੇ ਕਰਮ ਕਰਾਉਣ ਵਾਲਾ ਉਹ ਪਰਮਾਤਮਾ ਹੈ। ਭਾਵੇਂ ਸਾਰਾ ਸੰਸਾਰ ਚੰਗਾ ਆਖੇ, ਪਰ ਜਿੰਨੀ ਦੇਰ ਉਸ ਪਰਮਾਤਮਾ ਦੀ ਰਹਿਮਤ ਨਹੀਂ ਹੁੰਦੀ, ਉਨੀ ਦੇਰ ਅਸੀਂ ਉਸ ਦੀ ਨਜ਼ਰ ਵਿੱਚ ਕਬੂਲ ਨਹੀਂ ਹੁੰਦੇ। ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੈਬਾਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੀਵ ਭਾਵੇਂ
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਕਰੇ, ਭਾਵੇਂ ਜੰਗਲਾਂ ਵਿੱਚ ਜਾ ਕੇ ਸੁੰਨ ਸਮਾਧੀਆਂ ਵਿੱਚ ਟਿਕ ਕੇ ਯੋਗ ਸਾਧਨਾ ਕਰੇ, ਭਾਵੇਂ ਧੂਣੀਆਂ ਤਪਾਵੇ, ਭਾਵੇਂ ਹੋਰ ਕਿਸੇ ਤਰੀਕੇ ਨਾਲ ਸਰੀਰ ਨੂੰ ਕਸ਼ਟ ਦੇਵੇ, ਭਾਵੇਂ ਯੋਗ ਮਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਯਤਨ ਕਰੇ, ਇਹ ਸਾਰੇ ਕਰਮ ਵਿਅਰਥ ਹਨ ਜਿੰਨੀ ਦੇਰ ਜੀਵ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਬਾਣੀ ਦਾ ਫਰਮਾਨ ਹੈ, ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਮਹਿ ਸ੍ਰੇਸ਼ਟ ਧਰਮ। ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਤਮ ਧਰਮ ਹੈ, ਉਸ ਦੇ ਨਾਮ ਦੀ ਵਿਚਾਰ ਹੀ ਸਭ ਤੋਂ ਉੱਤਮ ਕਰਮ ਹੈ। ਲੱਖ ਸੂਰਤਨ ਸੰਗਰਾਮ, ਰਣ ਮਹਿ ਛੁਟਹਿ ਪ੍ਰਾਣ। ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਭਾਵੇਂ ਰਣ ਭੂਮੀਆਂ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਵੇ, ਭਾਵੇਂ ਜੰਗ ਵਿੱਚ ਜਾ ਕੇ ਵੈਰੀ ਦੇ ਸਨਮੁਖ ਹੋ ਕੇ ਆਪਣੀ ਜਾਨ ਦੇ ਦੇਵੇ, ਪਰ ਫਿਰ ਵੀ ਉਹ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਉਸ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ। ਪਰਮਾਤਮਾ ਦੇ ਨਾਮ ਅੱਗੇ ਲੱਖਾਂ ਕਰਮ ਤੁੱਛ ਹਨ। ਉਸ ਦਾ ਸਿਮਰਨ ਹੀ, ਉਸ ਦੀ ਬੰਦਗੀ ਹੀ ਸਭ ਤੋਂ ਉੱਤਮ ਹੈ। ਲੱਖ ਸੁਰਤੀ ਲਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਭਾਵੇਂ ਲੱਖਾਂ ਤਰੀਕਿਆਂ ਨਾਲ ਸੁਰਤ ਨੂੰ ਪਕਾਵੇ, ਭਾਵੇਂ ਜਿੰਨੀ ਮਰਜ਼ੀ ਗਿਆਨ ਚਰਚਾ ਕਰੇ ਅਤੇ ਮਨ ਨੂੰ ਇਕਾਗਰ ਕਰਨ ਦੇ ਯਤਨ ਕਰੇ, ਭਾਵੇਂ ਲੱਖਾਂ ਵਾਰ ਹੀ ਪੁਰਾਣ ਆਦਿਕ ਪੁਸਤਕਾਂ ਪੜ੍ਹੇ, ਪਰ ਫਿਰ ਵੀ ਉਸ ਪਰਮਾਤਮਾ ਦੇ ਨਾਮ ਦੇ ਤੁਲ ਨਹੀਂ, ਕਿਉਂਕਿ ਜਿੰਨੀ ਦੇਰ ਜੀਵ ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਨਹੀਂ ਕਰਦਾ, ਇਹ ਸਭ ਬਾਹਰਲੇ ਦਿਖਾਵੇ ਦੇ ਕਰਮ ਕਾਂਡ ਹੀ ਰਹਿ ਜਾਂਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਾਹਰੋਂ ਤਾਂ ਜੀਵ ਬਹੁਤ ਗਿਆਨ ਦੀਆਂ ਗੱਲਾਂ ਕਰਦਾ ਹੈ, ਪਰ ਆਪਣੇ ਜੀਵਨ 'ਤੇ ਲਾਗੂ ਨਹੀਂ ਕਰਦਾ, ਸਿਰਫ ਦੂਸਰਿਆਂ ਨੂੰ ਹੀ ਭਰਮਾਉਣ ਦਾ ਯਤਨ ਕਰਦਾ ਹੈ। ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸਚਾ ਨਿਸ਼ਾਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ, ਉਸਨੇ ਹੀ ਜੀਵਾਂ ਦਾ ਜਨਮ ਮਰਨ ਨਿਯਤ ਕੀਤਾ ਹੈ। ਉਸ ਦੀ ਬਖਸ਼ਿਸ਼ ਰਹਿਮਤ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨ ਹੀ ਉੱਤਮ ਮਤ ਹੈ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਕੁਦਰਤ ਉਸ ਦੇ ਹੁਕਮ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਬਾਕੀ ਸਾਰੀਆਂ ਸਿਆਣਪਾਂ ਵਿਅਰਥ ਹਨ। ਮਨੁੱਖ ਜਿੰਨੇ ਮਰਜ਼ੀ ਬਾਹਰੋਂ ਕਰਮ ਕਾਂਡ ਜਾਂ ਹੋਰ ਜਿੰਨੇ ਮਰਜ਼ੀ ਨੇਕੀ ਦੇ ਚੰਗੇ ਕਰਮ ਕਰੇ, ਉਸ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਪੈਣ ਵਾਸਤੇ ਉਸ ਪਰਮਾਤਮਾ ਦੀ ਬਖਸ਼ਿਸ਼, ਮਿਹਰ, ਰਹਿਮਤ ਹੀ ਸੱਚਾ ਪਰਵਾਨਾ ਹੈ। ਜਿੰਨੀ ਦੇਰ ਜੀਵ ਉਸ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਨੀ ਦੇਰ ਉਸ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਗੁਰੂ ਸਾਹਿਬ ਜੀ ਸਾਰੇ ਸ਼ਬਦ ਵਿੱਚ ਸਮਝਾਉਂਦੇ ਹਨ ਕਿ ਹੇ ਜੀਵ, ਭਾਵੇਂ ਤੂੰ ਜਿੰਨੇ ਮਰਜ਼ੀ ਚੰਗੇ ਕਰਮ ਕਰ, ਭਾਵੇਂ ਜਿੰਨੀਆਂ ਮਰਜ਼ੀ ਗਿਆਨ ਦੀਆਂ ਪੁਸਤਕਾਂ ਪੜ੍ਹ, ਭਾਵੇਂ ਜਿੰਨੇ ਮਰਜ਼ੀ ਜਿੰਨਾ ਮਰਜ਼ੀ ਭਾਉਂਦਾ ਫਿਰ, ਪਰ ਫਿਰ ਵੀ ਇਹ ਕਿਸੇ ਬਾਹਰਲੇ ਕਰਮ ਨੇ ਤੈਨੂੰ ਉਸ ਪਰਮਾਤਮਾ ਦਾ ਮੇਲ ਨਹੀਂ ਕਰਵਾਉਣਾ। ਸਿਰਫ ਉਸ ਪਰਮਾਤਮਾ ਦਾ ਨਾਮ ਹੀ
ਉਸ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰੋ, ਸਾਨੂੰ ਵੀ ਉਸ ਪਰਮਾਤਮਾ ਦੇ ਨਾਮ ਦਾ ਦਾਨ ਬਖਸ਼ੋ, ਤਾਂ ਕਿ ਅਸੀਂ ਵੀ ਨਾਮ ਦੇ ਜ਼ਰੀਏ ਸੁਰਤ ਜੋੜ ਕੇ ਉਸ ਪਰਮਾਤਮਾ ਨਾਲ ਇੱਕਮਿਕ ਹੋ ਜਾਈਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਾਰੀ ਸੰਗਤ ਨੇ ਸਾਡੀ ਵੀ ਅਰਦਾਸ ਕਰਨੀ ਕਿ ਸਾਡਾ ਵੀ ਇਹ ਜੀਵਨ ਸਫਲ ਹੋ ਜਾਵੇ ਅਤੇ ਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਹੋਈਆਂ ਹਨ ਜੀ। ਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।